ਰੁਪਿਆ ਤੁਹਾਡਾ ਇੱਕ ਵੀ ਨਹੀਂ ਲੱਗਣਾ ਤੇ ਜਿਹੜੀ ਤੁਸੀਂ ਪਿਛੇਤੀ ਕਾਸ਼ਤ ਗੰਦਮ ਕੀਤੀ ਹੋਈ ਹੈ ਉਹਦੀ ਪੈਦਾਵਾਰ ਤੁਸੀਂ ਕਿਸ ਤਰ੍ਹਾਂ ਬਿਹਤਰ ਤੋਂ ਬਿਹਤਰੀਨ ਲੈ ਸਕਦੇ ਹੋ, ਈਵਨ ਕਿ 50 ਮਣ ਤੱਕ ਵੀ ਪੈਦਾਵਾਰ ਆ ਸਕਦੀ ਹੈ। ਇਸ ਵੀਡੀਓ 'ਚ ਅਸੀਂ ਗੱਲ ਕਰਾਂਗੇ ਤੇ ਇਸ ਵੀਡੀਓ ਜਿਹੜਾ ਮੈਂ ਤੁਹਾਨੂੰ ਤਰੀਕਾ ਦੱਸਣਾ ਉਹਦੇ ਤੁਹਾਡਾ ਰੁਪਿਆ ਤੇ ਇੱਕ ਵੀ ਨਹੀਂ ਲੱਗਣਾ, ਔਰ ਇਹ ਤਰੀਕਾ ਮੇਰਾ ਅਜ਼ਮਾਇਆ ਹੋਇਆ ਤਰੀਕਾ ਹੈ। ਠੀਕ ਹੈ, ਇਹ ਗੱਲ ਨਹੀਂ ਕਿ ਐਵੇਂ ਸੁਣੀ ਸੁਣਾਈ ਤੁਹਾਨੂੰ ਕਰਦੀ। ਪਿਛਲੇ ਸਾਲ ਮੈਂ 20 ਨਵੰਬਰ ਤੋਂ ਬਾਅਦ ਦੀ ਵੀ ਕਾਸ਼ਤ ਇੱਕ ਐਸਾ ਪਲਾਟ ਸੀ ਜਿਹਦੀ ਪੈਦਾਵਾਰ 50 ਮਣ ਲਈ ਸੀ। ਹੁਣ ਕਰਨਾ ਕੀ ਹੈ, ਵੇਖੋ ਜਿਹੜੀ ਸਾਡੀ ਪਿਛੇਤੀ ਕਾਸ਼ਤ ਗੰਦਮ ਹੈ, ਸਾਨੂੰ ਸਭ ਤੋਂ ਪਹਿਲੇ ਤੇ ਇਹ ਸਮਝਣ ਦੀ ਕੋਸ਼ਿਸ਼ ਕਰਨੀ ਚਾਹੀਏ ਕਿ ਉਹਦੀ ਪੈਦਾਵਾਰ ਕੰਮ ਆਉਂਦੀ ਕਿਉਂ ਹੈ। ਉਹਦੀ ਪੈਦਾਵਾਰ ਇਸ ਵਜ੍ਹਾ ਤੋਂ ਕੰਮ ਆਉਂਦੀ ਹੈ ਕਿ ਉਹ ਗੰਦਮ ਲੇਟ ਸਿੱਟਾ ਕੱਢਦੀ ਹੈ। ਲੇਟ ਸਿੱਟਾ ਕੱਢਣ ਦੇ ਬਾਅਦ ਜਿਸ ਟਾਈਮ ਗਰਮੀ ਦਾ ਪੀਰੀਅਡ ਸ਼ੁਰੂ ਹੋ ਜਾਂਦਾ ਹੈ, ਦੌਰਾਨੀਆ ਸ਼ੁਰੂ ਹੋ ਜਾਂਦਾ ਹੈ, ਤੇ ਗਰਮੀ ਉਸ ਸਿੱਟੇ ਦੇ ਅੰਦਰ ਦਾਣੇ ਦੀ ਭਰਾਈ ਦਾ ਪੂਰਾ ਟਾਈਮ ਨਹੀਂ ਦਿੰਦੀ। ਇਸ ਵਜ੍ਹਾ ਤੋਂ ਸਿੱਟੇ ਦੇ ਵਿੱਚ ਦਾਣੇ ਜਾਂ ਤੇ ਛੋਟੇ ਰਹਿ ਜਾਂਦੇ ਨੇ ਜਾਂ ਥੋੜੇ ਰਹਿ ਜਾਂਦੇ ਨੇ, ਤੇ ਇਸ ਵਜ੍ਹਾ ਤੋਂ ਸਾਡੀ ਪੈਦਾਵਾਰ ਘੱਟ ਆਉਂਦੀ ਹੈ। ਹੁਣ ਇਸ ਮਸਲੇ ਤੋਂ ਅਸੀਂ ਕਿਵੇਂ ਬਚ ਸਕਦੇ ਹਾਂ? ਵੇਖੋ, ਗਰਮੀ ਨੇ ਆਪਣੇ ਰੂਟੀਨ ਦੇ ਮੁਤਾਬਕ ਆਉਣਾ ਹੈ। ਹੁਣ ਜਿਹੜੀ ਅਸੀਂ ਪਿਛੇਤੀ ਗਰਮ ਕਾਸ਼ ਕਰ ਲਈ, ਹੁਣ ਉਹਦੇ 'ਚ ਕੋਈ ਐਸਾ ਅਸੀਂ ਤਰੀਕਾਕਾਰ ਆਜ਼ਮਾਈਏ ਜਾਂ ਐਸਾ ਤਰੀਕਾਕਾਰ ਲਾਈਏ ਜਿਹਦੇ ਨਾਲ ਕਿ ਸਾਡੀ ਗੰਦਮ ਸਿੱਟਾ ਜਲਦੀ ਕੱਢੇ, ਮਤਲਬ ਨਾੜੀ ਤੇ ਜਲਦੀ ਚੜ ਜਾਏ। ਤੇ ਉਹਦਾ ਇੱਕ ਆਸਾਨ ਹੱਲ ਹੈ ਕਿ ਤੁਸੀਂ ਜਿਹੜਾ ਹੁਣ ਗੋਬ ਸਟੇਜ ਵਾਲਾ ਪਾਣੀ ਲੈਣਾ, ਉਸ ਪਾਣੀ ਨੂੰ, ਗੋਬ ਸਟੇਜ ਵਾਲੇ ਪਾਣੀ ਨੂੰ ਤੁਸੀਂ ਥੋੜਾ ਜਿਹਾ ਲੇਟ ਕਰੋ, ਮਤਲਬ ਥੋੜਾ ਜਿਹਾ ਕਣਕ ਨੂੰ ਸੋਕਾ ਦਿਓ। ਇੰਨਾ ਵੀ ਲੇਟ ਨਹੀਂ ਕਰ ਦੇਣਾ ਕਿ ਕਣਕ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਜਾਏ। ਲੇਕਿਨ ਲੇਟ ਦਾ ਮਕਸਦ ਕੀ ਹੈ ਜਾਂ ਮਤਲਬ ਕੀ ਹੈ? ਉਹਦਾ ਮਕਸਦ ਜਾਂ ਮਤਲਬ ਸਿਰਫ ਇਹ ਵੇ ਕਿ ਉਹਨੂੰ ਤੁਸੀਂ ਜ਼ਿਆਦਾ ਤੋਂ ਜ਼ਿਆਦਾ 6 ਦਿਨ ਜਾਂ 8 ਦਿਨ, ਕਮ ਤੋਂ ਕਮ 6 ਜਾਂ ਜ਼ਿਆਦਾ ਤੋਂ ਜ਼ਿਆਦਾ 8 ਦਿਨ, 6 ਤੋਂ 8 ਦਿਨ ਜਦੋਂ ਤੁਸੀਂ ਪਾਣੀ ਲੇਟ ਕਰੋਗੇ, ਗੰਦਮ ਆਪਣੇ ਆਪ ਨਾੜੀ ਤੁਹਾਡੀ ਚੜੇਗੀ। ਜਿਵੇਂ ਤੁਸੀਂ ਸਮਝੋ ਕਿ ਹੁਣ ਗੰਦਮ ਤੇਜ਼ੀ ਨਾਲ ਸਿੱਟੇ ਦੀ ਤਰਫ ਚਲੀ ਗਈ ਹੈ, ਉਹਨੂੰ ਪਾਣੀ ਲਾਓ, ਥੋੜੀ ਜਿਹੀ ਉਹਨੂੰ ਖਾਦ ਲਾਵੋ। ਲੇਕਿਨ ਅਗਰ ਤੁਹਾਡੀ ਗੋਬ ਦੇ ਨਜ਼ਦੀਕ ਕਣਕ ਹੈ ਤੇ ਉੱਥੇ ਤੁਸੀਂ ਉਹਨੂੰ ਬਿਲਕੁਲ ਟ੍ਰੈਡੀਸ਼ਨਲ ਟਾਈਮ ਦੇ ਉੱਤੇ ਪਾਣੀ ਲਾਤਾ, ਨਾਲ ਯੂਰੀਆ ਖਾਦ ਲਾਤੀ। ਮੈਂ ਅਕਸਰ ਆਪਣੀ ਹਰ ਵੀਡੀਓ ਚਾਹੁੰਦਾ ਕਿ ਯੂਰੀਆ ਜ਼ਿਆਦਾ ਲਾਓ, ਲੇਕਿਨ ਇਸ ਤਰ੍ਹਾਂ ਦੀ ਕਣਕ ਨੂੰ ਅਗਰ ਇਸ ਟਾਈਮ ਤੇ ਯੂਰੀਆ ਲੱਗੀ, ਉਹਦਾ ਕੋਈ ਨੁਕਸਾਨ ਕੀ ਹੋਏਗਾ? ਉਹਦਾ ਸਿੱਟਾ ਕੱਢਣ ਦਾ ਦੌਰਾਨੀਆ ਮਜ਼ੀਦ ਲੇਟ ਹੋਏਗਾ ਤੇ ਉਹ ਮਜ਼ੀਦ ਗਰਮੀ ਦੇ ਨਜ਼ਦੀਕ ਚਲੀ ਜਾਏਗੀ ਤੇ ਯੂਰੀਆ ਦਾ ਉਲਟਾ ਤੁਹਾਨੂੰ ਨੁਕਸਾਨ ਹੋ ਜਾਣਾ ਹੈ। ਯੂਰੀਆ ਦਾ ਫਾਇਦਾ ਕਿਸ ਤਰ੍ਹਾਂ ਲਿਆ ਜਾ ਸਕਦਾ ਹੈ, ਇਹਦੇ ਉੱਤੇ ਮੈਂ ਬਹੁਤ ਸਾਰੀ ਵੀਡੀਓਜ਼ ਬਣਾ ਚੁੱਕਿਆ। ਖਾਸ ਤੌਰ ਤੇ ਇਸ ਤਰ੍ਹਾਂ ਦੀ ਕਣਕ ਨੂੰ ਇਹਨਾਂ ਸਿੱਟੇ ਕੱਢੀ ਖੜੇ ਤੁਸੀਂ ਯੂਰੀਆ ਪਾਓ ਤਾਂ ਵੀ ਫਾਇਦਾ ਹੋਏਗਾ। ਲੇਕਿਨ ਜਿਹੜੀ ਪਿਛੇਤਰੀ ਕਣਕ ਹੈ, ਉਹਨੂੰ ਅਗਰ ਤੁਸੀਂ ਗੋਬ ਤੋਂ ਇਸ ਸਾਰੀ ਵੀਡੀਓ ਨੂੰ ਜ਼ਰਾ ਸਮਝੋ ਤੁਸੀਂ, ਤੇ ਫਿਰ ਤੁਹਾਨੂੰ ਨੁਕਸਾਨ ਵੀ ਹੋ ਸਕਦਾ ਹੈ। ਫਾਇਦਾ ਇਸੇ ਸੂਰਤ ਜੀ ਕਿ ਉਹਨੂੰ ਨਾੜੀ ਚੜਾਓ, ਸਿੱਟਾ ਨਿਕਲਣ ਦੇ ਕਰੀਬ ਆਏ, ਫਿਰ ਖੁਰਾਕ ਦਿਓ। ਠੀਕ ਹੈ, ਸਿੱਟਾ ਜਲਦੀ ਨਿਕਲੇਗਾ ਤੇ ਜਿੰਨੀ ਜਲਦੀ ਸਿੱਟਾ ਨਿਕਲੇਗਾ, ਸਾਫ਼ ਜ਼ਾਹਿਰ ਹੈ ਗਰਮੀ ਤੋਂ ਉਹਨੇ ਦਿਨ ਬਚ ਜਾਏਗਾ। 5-7 ਦਿਨਾਂ ਦਾ ਵੀ ਫਰਕ ਪੈ ਜਾਏ ਤੇ ਬੜਾ ਫਰਕ ਹੁੰਦਾ ਹੈ ਤੇ ਪੈਦਾਵਾਰ ਵਿੱਚ ਕਈ ਮਣ ਦਾ ਇਜ਼ਾਫਾ ਹੋ ਸਕਦਾ ਹੈ। ਤੇ ਬਾਕੀ ਇਹ ਸਾਰੀਆਂ ਚੀਜ਼ਾਂ ਤੁਸੀਂ ਬਾਰ-ਬਾਰ ਜਦੋਂ ਪ੍ਰੈਕਟੀਕਲ ਕਰੋਗੇ, ਮੁਖਤਲਿਫ ਬੰਦਿਆਂ ਕੋਲ ਸਿੱਖੋਗੇ, ਖੁਦ ਕਰਨ ਦੀ ਕੋਸ਼ਿਸ਼ ਕਰੋਗੇ, ਤਾਂ ਹੀ ਤੁਹਾਨੂੰ ਸਮਝ ਆਉਣੀ ਹੈ। ਵਰਨਾ 1-2 ਵੀਡੀਓ ਦੇਖ ਕੇ ਫਿਰ ਮੁਸ਼ਕਲ ਹੋ ਜਾਂਦਾ ਹੈ। ਸਿਰਫ ਇੱਕ ਆਈਡੀਆ ਵੀਡੀਓ ਹੈ ਔਰ ਮੇਰੇ ਤਜਰਬੇ ਦੇ ਉੱਤੇ ਬੇਸਡ ਵੀਡੀਓ ਹੈ। ਅੱਲਾ ਹਾਫਿਜ਼।